ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਲਗਾਤਾਰ ਜੋ ਵਰਤਾਰਾ ਪਿਛਲੇ ਦਿਨ ਦੇ ਵਿੱਚ ਵਾਪਰਿਆ ਹੈ, ਉਸ ਵਰਤਾਰੇ ਤੋਂ ਬਾਅਦ ਕਿਸਾਨੀ ਸੰਘਰਸ਼ ਨੂੰ ਲੈ ਕੇ ਵੱਖੋ ਵੱਖਰੇ ਤਰ੍ਹਾਂ ਦੀਆਂ ਟਿੱਪਣੀਆਂ ਨੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੱਲ ਸ਼ਾਮ ਹੀ ਜਿਹੜੀ ਕਿਸਾਨਾਂ ਦੀ ਟਰੈਕਟਰ ਪਰੇਡ ਕੱਢੀ ਜਾਣੀ ਸੀ। ਉਮੀਦ ਸੀ ਕਿ ਟਰੈਕਟਰ ਰੈਲੀ ਇੰਨੀ ਲੰਬੀ ਹੋਵੇਗੀ ਕਿ ਇਸ ਦਾ ਸਮਾਂ ਤਕਰੀਬਨ 72 ਘੰਟੇ ਤੱਕ ਦਾ ਹੋ ਸਕਦਾ ਹੈ, ਪਰ ਕਿਸਾਨ ਯੂਨੀਅਨਾਂ ਨੇ ਬੀਤੀ ਸ਼ਾਮ ਹੀ ਫੈਸਲਾ ਲੈਂਦਿਆਂ ਇਸ ਕਿਸਾਨ ਪਰੇਡ ਨੂੰ ਰੱਦ ਕਰਤਾ ਅਤੇ ਸਾਰੇ ਕਿਸਾਨਾਂ ਨੂੰ ਹੀ ਵਾਪਸ ਆਪੋ ਆਪਣੇ ਮੋਰਚਿਆਂ ਦੇ ਉੱਤੇ ਪਰਤਣ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੰਥਨ ਵੀ ਕੀਤਾ ਹੈ ਕਿ ਆਖਰਕਾਰ ਚੂਕ ਕਿੱਥੇ ਹੋਈ ਹੈ, ਆਖਰਕਾਰ ਗਲਤੀ ਕਿੱਥੇ ਹੋਈ ਹੈ, ਜਿਸ ਦੇ ਕਾਰਨ ਐਡਾ ਵੱਡਾ ਜੰਜਾਲ ਜ਼ਿਲ੍ਹਾ ਕਿਸਾਨੀ ਅੰਦੋਲਨ ਦੇ ਆਲੇ ਦੁਆਲੇ ਫੈਲਿਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਹਰ ਵਾਰ ਦੀ ਤਰ੍ਹਾਂ ਮੌਜੂਦ ਨੇ। ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਟਿੱਪਣੀਆਂ ਦੇ ਵੱਲ। ਬਹੁਤ ਧੰਨਵਾਦ ਜੀ ਤੁਹਾਡਾ ਵੀ ਔਰ ਸਾਰੇ ਪੰਜਾਬੀਆਂ। ਡੱਲਾ ਜੀ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਵਰਤਾਰਾ ਕੱਲ ਵਾਪਰਿਆ ਤੇ ਉਸ ਤੋਂ ਬਾਅਦ ਜਿਹੜੀ ਪਰੇਡ ਨੂੰ ਲੈ ਕੇ ਬਹੁਤ ਉਮੀਦਾਂ ਸੀ ਕਿ ਪਰੇਡ ਬਹੁਤ ਲੰਬੀ ਚੱਲੇਗੀ, ਕਿਉਂਕਿ ਲਗਾਤਾਰ ਆਪਾਂ ਵੀ ਜਦੋਂ ਪ੍ਰੋਗਰਾਮ ਕਰਦੇ ਸੀ ਸਾਨੂੰ ਵੀ ਰੋਡਾਂ ਦੇ ਉੱਤੋਂ ਜਾਂਦੇ ਟਰੈਕਟਰ ਨਜ਼ਰ ਆਉਂਦੇ ਸੀ, ਤਾਂ ਉਮੀਦ ਸੀ ਕਿ ਪਰੇਡ ਬਹੁਤ ਲੰਬੀ ਅਤੇ ਸ਼ਾਂਤਮਈ ਹੋਵੇਗੀ। ਦੇਖੋ, ਜਨ ਸਮਰਥਨ ਤਾਂ ਕਿਸਾਨ ਅੰਦੋਲਨ ਨੂੰ ਬਹੁਤ ਮਿਲਿਆ ਜੀ, ਜਨ ਸਮਰਥਨ ਬਹੁਤ ਮਿਲਿਆ ਕਿਸਾਨ ਅੰਦੋਲਨ ਨੂੰ, ਔਰ ਟਰੈਕਟਰ ਪਰੇਡ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਸੀ ਪੂਰੇ ਮੁਲਕ 'ਚ। ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਦਿੱਲੀ ਪਹੁੰਚੇ। ਪਰ ਗਗਨ, ਮੈਂ ਜਿਵੇਂ ਰਾਤ ਵੀ ਗੱਲ ਕੀਤੀ ਸੀ, ਕਿਤੇ ਨਾ ਕਿਤੇ ਜਿਹੜੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਦੀ ਆਪਣੀ ਪਲੈਨਿੰਗ 'ਚ ਵੀ ਕਮੀ ਰਹੀ। ਦੇਖੋ, ਗਲਤੀਆਂ ਨੂੰ ਸੁਧਾਰਨ ਦੀ ਜ਼ਰੂਰਤ ਹੁੰਦੀ ਹੈ ਜੀ। ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਅੱਜ ਮੀਡੀਆ 'ਚ ਕਿਸਾਨ ਮੋਰਚੇ ਦੀਆਂ ਕਮੀਆਂ ਦੱਸੀਆਂ ਜਾ ਰਹੀਆਂ ਨੇ ਤੇ ਮੀਡੀਆ ਗੋਦੀ ਮੀਡੀਆ ਬਣ ਗਿਆ। ਅਗਰ ਗਲਤੀ ਨਹੀਂ ਸੁਧਾਰਾਂਗੇ ਤੇ ਨੁਕਸਾਨ ਹੋਰ ਵੱਡਾ ਹੋ। ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਭਾਵਨਾਤਮਕ ਅੰਦੋਲਨ ਸੀ ਪੰਜਾਬ ਦੇ ਕਿਸਾਨਾਂ ਦਾ। ਮੈਂ ਤਾਂ ਅੱਗੇ ਵੀ ਕਹਿੰਦਾ ਸੀ, ਅਸੀਂ ਕਿਸੇ ਬਗਾਨੇ ਮੁਲਕ ਨਾਲ ਥੋੜੀ ਲੜ ਰਹੇ ਹਾਂ। ਆਪਣੀ ਸਰਕਾਰ ਨਾਲ ਮੰਗਾ ਨੇ, ਆਪਣੀ ਸਰਕਾਰ ਨਾਲ ਰੇੜਕ ਹੈ। ਸਰਕਾਰ ਵੀ ਆਪਣੀ, ਕਿਸਾਨ ਵੀ ਆਪਣੇ, ਸਾਰਾ ਕੁਝ ਆਪਣਾ। ਸੰਘਰਸ਼ ਹੈ ਹੱਕ ਸੱਚ ਦਾ ਕਿਸਾਨਾਂ ਲਈ। ਸਮਝਾਉਣਾ ਪੈਣਾ ਸਰਕਾਰਾਂ ਨੂੰ, ਨਹੀਂ ਸਮਝ ਆ ਰਿਹਾ ਸਰਕਾਰ ਨੂੰ, ਸਮਝਾਉਣਾ ਪੈਣਾ। ਪਰ ਸਮਝਾਉਣ ਦਾ ਤਰੀਕਾ ਜਿਹੜਾ ਉਹੀ ਹੋਣਾ ਚਾਹੀਦਾ ਹੈ ਜਿਹੜਾ ਡੈਮੋਕ੍ਰੇਸੀ 'ਚ ਸਾਡੇ ਸੰਵਿਧਾਨ 'ਚ ਦਰਜ ਹੈ। ਹਿੰਸਾ ਨਹੀਂ ਕਿਤੇ ਹੋਣੀ ਚਾਹੀਦੀ। ਔਰ ਜਿਹੜੀ ਤੁਸੀਂ ਗੱਲ ਕੀਤੀ ਸੀ, ਮੈਂ ਉਹਨੂੰ ਅੱਗੇ ਵਧਾਉਣਾ। ਕਿਸਾਨ ਆਗੂਆਂ ਨੇ ਐਡੀ ਵੱਡੀ ਗਿਣਤੀ 'ਚ ਪਰੇਡ ਦੇ ਲਈ ਲੋਕ ਆਏ, ਟਰੈਕਟਰਾਂ ਤੇ ਆਏ, ਮੋਟਰਸਾਈਕਲਾਂ ਤੇ, ਕਾਰਾਂ ਤੇ। ਦੇਖੋ, ਪੈਦਲ ਕਿੰਨੇ ਲੋਕ ਤੁਰੇ ਹੋਏ ਸੀ, ਰੈਲੀ ਲੱਗ ਰਹੀ ਸੀ ਜੀ ਇੰਨੀ ਵੱਡੀ। ਜਦੋਂ ਮੈਂ ਟੈਲੀਵਿਜ਼ਨਾਂ 'ਚ ਸਵੇਰੇ ਦੇਖਿਆ ਕੱਲ, ਆਰਗੇਨਾਈਜ਼ ਸੰਗਠਿਤ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਸ ਕਿਸਾਨ ਪਰੇਡ ਦੀ ਅਗਵਾਈ ਨਹੀਂ ਕਰ ਸਕੇ। ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕਿਸਾਨ ਮੋਰਚੇ ਦੇ ਆਗੂਆਂ ਨੂੰ ਸ਼ਾਇਦ ਇਹ ਵਹਿਮ ਕਿਤੇ ਮਿਲ ਗਿਆ ਸੀ, ਜਾਂ ਇਹ ਡਰ ਉਹਨਾਂ ਦੇ ਮਨ 'ਚ ਆ ਗਿਆ ਸੀ ਵੀ ਪਤਾ ਨਹੀਂ ਕੱਲ ਕੀ ਹੋਊਗਾ ਜੀ। ਰੈਲੀ ਤੋਂ ਪਹਿਲਾਂ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। ਦੇਖੋ, ਅੱਧੀ ਰਾਤ ਨੂੰ ਤਾਂ ਪ੍ਰੈਸ ਕਾਨਫਰੰਸ ਕਰਦੇ ਰਹੇ ਨੇ ਸਾਡੇ ਕਿਸਾਨ ਮੋਰਚੇ ਵਾਲੇ। ਬਿਲਕੁਲ ਸੁਧਾਰਨ ਦੀ ਜ਼ਰੂਰਤ ਹੈ ਆਪਣੇ ਅਮਲ ਨੂੰ। ਸਵੇਰੇ ਹੀ ਕੱਲ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ, ਰੂਟ ਪਲਾਨ ਦੱਸਣਾ ਚਾਹੀਦਾ ਸੀ, ਬੇਨਤੀ ਕਰਨੀ ਚਾਹੀਦੀ ਸੀ ਵੀ ਆਪਾਂ ਇਸੇ ਤਰੀਕੇ ਨਾਲ ਟਰੈਕਟਰ ਪਰੇਡ ਕਰਨੀ ਹੈ, ਗਣਤੰਤਰ ਪਰੇਡ ਕੱਢਣੀ ਹੈ, ਜਿੱਥੇ ਮਨਜ਼ੂਰੀ ਮਿਲੀ ਹੈ ਉਸ ਰੂਟ ਤੇ ਜਾਣਾ ਹੈ, ਸ਼ਾਂਤੀਪੂਰਵਕ ਜਾਣਾ ਹੈ। ਔਰ ਸਾਰਿਆਂ ਨੂੰ ਸਵੇਰੇ ਸਵੇਰੇ ਸੱਦਾ ਦੇਣਾ ਚਾਹੀਦਾ ਸੀ। ਚੁੱਪ ਚਪੀਤੇ ਤਾਂ ਪਤਾ ਹੀ ਨਹੀਂ ਲੱਗਿਆ ਕਿਹਨੇ ਕਦੋਂ ਟਰੈਕਟਰ ਰੈਲੀ ਸ਼ੁਰੂ ਕਰ ਲਈ ਜੀ। ਹੈ ਗਗਨ, ਕਿਹਾ ਗਿਆ ਸੀ ਵੀ 32 ਜਥੇਬੰਦੀਆਂ ਇਕੱਠੀਆਂ ਹੋਣਗੀਆਂ 10 ਵਜੇ, ਉਸ ਤੋਂ ਬਾਅਦ ਜਿਹੜਾ ਹੈਗਾ ਇਹ ਮਾਰਚ ਸ਼ੁਰੂ ਕੀਤਾ ਜਾਊਗਾ। ਪਰ ਸੰਗਠਿਤ ਅੰਦੋਲਨ ਨਹੀਂ ਦਿਖਿਆ ਕੱਲ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ। ਗਗਨ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ, ਤੁਸੀਂ ਮੈਨੂੰ ਕੋਈ ਵੀਡੀਓ ਦਿਖਾ ਦਿਓ ਸਾਰੇ ਇਕੱਠੇ ਹੋਣ ਦੁਪਹਿਰ ਤੱਕ। ਮੈਂ ਤਾਂ ਨਹੀਂ ਦੇਖਿਆ ਕਿ ਦੁਪਹਿਰ 4-5 ਵਜੇ ਤੱਕ ਨਹੀਂ ਮੈਂ ਦੇਖੇ ਕਿ ਕਿਸਾਨ ਮੋਰਚੇ ਦੇ ਆਗੂ ਕਿਤੇ ਇਕੱਠੇ ਹੋਣ। ਸਵੇਰੇ ਜਦੋਂ ਹਿੰਸਾ ਵੀ ਸ਼ੁਰੂ ਹੋਈ, ਉਸੇ ਵੇਲੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਕੱਠੇ ਹੋ ਕੇ ਆਪਸ 'ਚ ਕੋਈ ਸਾਂਝਾ ਬਿਆਨ, ਕੋਈ ਅਪੀਲ, ਕੋਈ ਮੀਟਿੰਗ ਕਰਨੀ ਚਾਹੀਦੀ ਸੀ। ਬਿਲਕੁਲ ਗਲਤੀ ਕਿਤੇ ਨਾ ਕਿਤੇ ਇਸ ਰੂਪ 'ਚ ਹੋਈ ਹੈ ਕਿ ਸੰਗਠਿਤ ਹੋ ਕੇ ਜਿਹੜੀ ਪਰੇਡ ਹੈ ਉਹਨੂੰ ਕਿਸਾਨ ਮੋਰਚਾ ਅਗਵਾਈ ਨਹੀਂ ਦੇ ਸਕਿਆ। ਇਸੇ ਕਰਕੇ ਕੋਈ ਧੜਾ ਵੱਖਰਾ ਹੋਵੇ ਜਾਂ ਕੁਝ ਲੋਕ ਵੱਖਰੇ ਹੋਣ, ਮਾੜੀ ਮਨਸ਼ਾ ਵਾਲੇ ਹੋਣ, ਪਰ ਉਹ ਪੂਰੇ ਕਿਸਾਨ ਅੰਦੋਲਨ ਤੇ ਸਵਾਲ ਖੜੇ ਕਰਾ ਗਏ, ਪੰਜਾਬ ਦੀ ਵੀ ਬਦਨਾਮੀ ਕਰਾ ਗਏ, ਕਿਸਾਨ ਅੰਦੋਲਨ ਤੇ ਸਵਾਲ ਖੜੇ ਕਰਾ ਗਏ ਜੀ। ਹਿੰਸਾ 'ਚ ਗਲਤੀ ਪਹਿਲਾਂ ਕਿਹਦੀ ਸੀ ਇਹ ਹੁਣ ਸੁਪਰੀਮ ਕੋਰਟ ਤੈਅ ਕਰੂਗੀ, ਅਦਾਲਤਾਂ ਤੈਅ ਕਰਨਗੀਆਂ, ਕਿਉਂਕਿ ਕੇਸ ਦਰਜ ਹੋਣਗੇ, ਦੇਸ਼ ਦਰੋਹ ਦੇ ਵੀ ਹੋਣਗੇ, ਸਰਕਾਰੀ ਸੰਪत्ति ਦੇ ਨੁਕਸਾਨ ਦੇ ਹੋਣਗੇ, ਪੁਲਿਸ ਤੇ ਆਪਸ 'ਚ ਟ੍ਰੈਸਪਾਸਿੰਗ ਦੇ ਹੋਣਗੇ, ਬੈਰੀਕੇਡ ਤੋੜਨ ਦੇ। ਇਹ ਕੇਸ ਤਾਂ ਸਾਰੇ ਹੁਣ ਦਰਜ ਹੋਣਗੇ। ਇਹ ਹੁਣ ਅਦਾਲਤਾਂ ਤੈਅ ਕਰਨਗੀਆਂ ਵੀ ਗਲਤੀ ਕਿਹਦੀ ਸੀ। ਪੁਲਿਸ ਨੇ ਗਲਤੀ ਕੀਤੀ, ਕਿਸਾਨਾਂ ਨੇ ਗਲਤੀ ਕੀਤੀ, ਕਿਹਦੀ ਗਲਤੀ ਸੀ। ਪਰ ਇਹ ਮਸਲੇ ਲੰਮੇ ਨੇ, ਪਰ ਇਹ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਸੀ।
ਮੈਂ ਕਲੀਨ ਚਿਟ ਨਹੀਂ ਦਿੰਦਾ ਕਿ ਦਿੱਲੀ ਪੁਲਿਸ ਨੇ ਵੀ ਬਹੁਤ ਚੰਗਾ ਕੰਮ ਕੀਤਾ। ਦਿੱਲੀ ਪੁਲਿਸ ਨੇ ਬਿਲਕੁਲ ਚੰਗਾ ਕੰਮ ਨਹੀਂ ਕੀਤਾ। 3 ਹਫ਼ਤਿਆਂ ਤੋਂ ਲਗਭਗ ਕਿਸਾਨ ਕਹਿ ਰਹੇ ਨੇ ਅਸੀਂ ਟਰੈਕਟਰ ਪਰੇਡ ਕੱਢਣੀ ਹੈ। ਦਿੱਲੀ ਪੁਲਿਸ ਮੈਨੂੰ 2-3 ਦਿਨ ਪਹਿਲਾਂ ਹੀ ਐਕਟਿਵ ਹੋਈ ਨਜ਼ਰ ਆਈ ਹੈ। ਪਹਿਲਾਂ ਤਾਂ ਸੁਪਰੀਮ ਕੋਰਟ ਦੀ ਟੇਕ ਲਾਈ ਬੈਠੀ ਸੀ ਦਿੱਲੀ ਪੁਲਿਸ ਵੀ ਸੁਪਰੀਮ ਕੋਰਟ ਹੀ ਰੋਕ ਲਾ ਦੇ। ਜਦੋਂ ਸੁਪਰੀਮ ਕੋਰਟ ਨੇ ਇਨਕਾਰ ਕੀਤਾ ਉਸ ਤੋਂ ਬਾਅਦ ਦਿੱਲੀ ਪੁਲਿਸ ਹਰਕਤ 'ਚ ਆਈ ਹੈ, ਮੀਟਿੰਗਾਂ ਕੀਤੀਆਂ ਨੇ। ਇਹ ਕੰਮ ਪਹਿਲਾਂ ਕਰਨਾ ਚਾਹੀਦਾ ਸੀ ਦਿੱਲੀ ਪੁਲਿਸ ਨੂੰ। ਠੀਕ ਹੈ, ਪਰ ਕਿਸੇ ਦੀ ਗਲਤੀ ਨਾਲ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਰ ਕੋਈ ਕਮੀ ਹੈ, ਅਸਫਲਤਾ ਹੈ, ਉਹਦੇ ਨਾਲ ਘਾਟਾ ਪੂਰਾ ਨਹੀਂ ਹੋਣਾ। ਸੋ ਕਿਸਾਨ ਅੰਦੋਲਨ ਤੇ ਵੱਡਾ ਸਵਾਲ ਖੜਾ ਕਰਾਤਾ ਹਿੰਸਕ ਘਟਨਾਵਾਂ ਨੇ। ਹੁਣ ਉਹ ਕਹਿਣ ਵਾਲੇ ਜਿਹੜੇ ਉਹ ਕਹਿਣਗੇ ਕਿ ਇਹਨਾਂ 'ਚ ਦੇਖੋ ਖਾਲਿਸਤਾਨੀ ਵੜ ਗਏ, ਇਹਨਾਂ 'ਚ ਹਿੰਸਕ ਤੱਤ ਵੜ ਗਏ। ਹੁਣ ਤਾਂ ਟੈਲੀਵਿਜ਼ਨ ਤੇ ਤਸਵੀਰਾਂ ਨੇ ਪੂਰੀਆਂ। ਹਾਲਾਂਕਿ ਦੇਖੋ ਕਿਸਾਨਾਂ ਦੇ ਪ੍ਰਤੀ ਵੀ ਕੋਈ ਬਹੁਤ ਚੰਗਾ ਪ੍ਰਸ਼ਾਸਨਿਕ ਰਵੱਈਆ ਤੇ ਰੁਖ ਨਹੀਂ ਰਿਹਾ। ਇਹ ਤਾਂ ਹੈ, ਪਰ ਇਹਦਾ ਮਤਲਬ ਇਹ ਨਹੀਂ ਨਾ ਵੀ ਕਿਸਾਨਾਂ ਦੇ ਧੜੇ ਗਲਤ ਹੋ ਜਾਣ। ਬਿਲਕੁਲ ਕੋਈ ਧੜਾ ਜਿਹੜਾ ਵੱਖਰਾ ਹੋਇਆ ਹੈ। ਸੋ ਅਗਰ ਸੰਯੁਕਤ ਮੋਰਚੇ ਨੂੰ ਲੱਗਦਾ ਸੀ ਕੁਝ ਲੋਕ ਨੇ ਜਿਹੜੇ ਨਹੀਂ ਨਾਲ ਮਿਲ ਕੇ ਚੱਲ ਰਹੇ, ਤੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰੋ ਸਪਸ਼ਟ ਤੌਰ ਤੇ ਬਿਲਕੁਲ ਵੀ ਇਹ ਲੋਕ ਸਾਡਾ ਹਿੱਸਾ ਨਹੀਂ ਹੈ। ਪਹਿਲਾਂ ਦੱਸਣਾ ਚਾਹੀਦਾ ਸੀ। ਔਰ ਉਹ ਮੁੰਡੇ ਜਿਹੜੇ ਕੁਝ ਜ਼ਿਆਦਾ ਕਾਲਪਣੇ 'ਚ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਔਰ ਮੈਂ ਦੇਖ ਰਿਹਾ ਸੀ, ਮੈਂ ਪੂਰੇ ਪੰਜਾਬ ਦੇ ਦੇਸ਼ ਭਰ ਦੇ ਪੰਜਾਬੀਆਂ ਦੇ ਕਮੈਂਟ WhatsApp ਫੋਨ ਵੀ ਆ ਰਹੇ ਨੇ, ਪ੍ਰੋਗਰਾਮਾਂ ਦੇ ਨੀਚੇ ਵੀ ਲਿਖ ਰਹੇ ਨੇ ਕਿ ਹਿੰਸਾ ਵਾਲੀ ਗੱਲ ਨਹੀਂ, ਸ਼ਾਂਤੀਪੂਰਵਕ ਅੰਦੋਲਨ। ਦੇਖੋ ਸਾਡੀਆਂ ਬੀਬੀਆਂ, ਬਜ਼ੁਰਗ, ਬੱਚੇ, ਕਿੱਡਾ ਸ਼ਾਂਤੀਪੂਰਵਕ ਅੰਦੋਲਨ। ਦੁਨੀਆ ਭਰ ਦੇ ਜਿਹੜੇ ਪੰਜਾਬੀ ਨੇ ਕਿਸੇ ਨਾ ਕਿਸੇ ਰੂਪ 'ਚ ਜੁੜੇ ਆ ਕੇ ਮਦਦ ਕੀਤੀ ਆ। ਪਿੰਨੀਆਂ ਬਣਾਉਣ ਵਾਲੇ ਦੇਖੋ ਸਾਡੇ ਲੋਕਾਂ ਨੇ ਪਿੰਨੀਆਂ ਭੇਜੀਆਂ, ਬਦਾਮ ਭੇਜੇ। ਉਹ ਠੀਕ ਹੈ ਕਿ ਸਾਰੇ ਲੋਕਾਂ ਨੇ ਨਹੀਂ ਇਹ ਕੰਮ ਕੀਤਾ, ਚੰਦ ਲੋਕਾਂ ਨੇ ਕੀਤਾ, ਪਰ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਸੀ। ਕਿੱਥੇ ਸਰਕਾਰ ਮਹਿਸੂਸ ਕਰਨ ਲੱਗ ਗਈ ਸੀ, ਸਰਕਾਰ ਉਸ ਪੋਜੀਸ਼ਨ ਤੇ ਆ ਗਈ ਸੀ ਵੀ 1.5 ਸਾਲ ਲਈ ਅਸੀਂ ਰੱਦ ਕਰਨ ਨੂੰ ਤਿਆਰ ਹਾਂ। ਹੌਲੀ ਹੌਲੀ ਗੱਲ ਹੋਰ ਅੱਗੇ ਤੁਰ ਪੈਣੀ ਸੀ। ਬਿਲਕੁਲ ਇਹ ਕਿਹੜਾ ਬਗਾਨੇ ਮੁਲਕ ਦੀ ਸਰਕਾਰ ਹੈ ਵੀ ਇਹਨੇ ਮੰਨਣਾ ਨਹੀਂ, ਆਪਣੀ ਮੁਲਕ ਦੀ ਸਰਕਾਰ ਹੈ। ਸੋ ਇਹ ਬਹੁਤ ਵੱਡਾ ਝਟਕਾ ਮੈਂ ਇਸ ਰੂਪ 'ਚ ਇਹਨੂੰ ਦੇਖਦਾ। ਬਿਲਕੁਲ ਇਹ ਬਹੁਤ ਵੱਡਾ ਇੱਕ ਝਟਕਾ ਸੱਚੇ ਸੁੱਚੇ ਕਿਸਾਨ ਜਿਹੜੇ ਦੇਸ਼ ਭਗਤ ਕਿਸਾਨ ਨੇ ਉਹਨਾਂ ਦੀ ਸੋਚ ਨੂੰ ਵੀ ਇਹ ਸੱਚਾ ਸੁੱਚਾ ਝਟਕਾ ਇਹ ਲੋਕ ਮਾਰ ਗਏ ਜਿਨ੍ਹਾਂ ਨੇ ਹਿੰਸਾ ਕੀਤੀ ਹੈ। ਬਿਲਕੁਲ ਇੱਥੇ ਗੱਲ ਅਸੀਂ ਉਹਨਾਂ ਲੋਕਾਂ ਦੀ ਕਰ ਰਹੀ ਹਾਂ ਜਿਨ੍ਹਾਂ ਕੁਝ ਲੋਕਾਂ ਦੇ ਵੱਲੋਂ ਉਹਨਾਂ ਕੁਝ ਲੋਕਾਂ ਦੇ ਵੱਲੋਂ ਦੇਖੋ ਉਹਨਾਂ ਨੂੰ ਮੈਂ ਇਹਨਾਂ ਚੋਂ ਕਈ ਲੋਕ ਇਹੋ ਜਿਹੇ ਵੀ ਹੋਣਗੇ ਗਗਨ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੋਣਾ ਵੀ ਦਿੱਲੀ 'ਚ ਕਿੱਧਰ ਜਾਣਾ ਕਿੱਧਰ ਨਹੀਂ, ਉਹੀ ਟਰੈਕਟਰ ਭਜਾਈ ਗਏ ਹੋਣੇ। ਬਿਲਕੁਲ ਹਾਂਜੀ, ਜਿਵੇਂ ਅਣਜਾਣ ਬੰਦੇ ਦੇ ਹੱਥ ਟਰੈਕਟਰ ਫੜਾ ਦਿਓ, ਜਿਹਨੇ ਚਲਾਇਆ ਹੋਵੇ, ਰਸਤੇ ਦਾ ਨਾਂ ਪਤਾ ਹੋਵੇ, ਉਹ ਕਿਤੇ ਵੀ ਟਰੈਕਟਰ ਵਾੜ ਲੈਂਦਾ, ਉਹ ਵੀ ਕੰਮ ਹੋਇਆ ਹੋਣਾ। ਪਰ ਜ਼ਿੰਮੇਵਾਰੀ ਤਾਂ ਕਿਸਾਨ ਮੋਰਚੇ ਦੇ ਆਗੂਆਂ ਦੀ ਸੀ ਨਾ। ਬਿਲਕੁਲ ਵੀ ਉਹਨਾਂ ਨੂੰ ਰੂਟ ਪਲਾਨ ਦੱਸਦੇ, ਅਗਵਾਈ ਕਰਦੇ, ਸਵੇਰੇ ਤਾਂ ਕਿਤੇ ਪਰੇਡ ਨਿਕਲਦੀ, ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਦੇ ਆ, ਮੋਬਾਈਲਾਂ 'ਚ ਹੀ ਸੁਣੀ ਜਾਂਦੀ ਸਾਰੀ ਦੁਨੀਆ। ਬਿਲਕੁਲ ਕਿਸਾਨ ਮੋਰਚੇ ਦੇ ਆਪਣੇ ਪੇਜ ਨੇ, ਸੋਸ਼ਲ ਮੀਡੀਆ ਦੇ ਪ੍ਰੈਸ ਕਾਨਫਰੰਸ ਨੇ। ਸਵੇਰ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਸੀ, ਮੈਂ ਦੇਖਦਾ ਰਿਹਾ, ਚੁੱਪ ਚਪੀਤੇ ਜੇ ਨਿਕਲ ਗਏ। ਬਿਲਕੁਲ ਸੋ ਇੱਥੇ ਜ਼ਰੂਰਤ ਸੀ ਕਿ ਕਿਸਾਨ ਆਗੂ ਵੀ ਤੇ ਪ੍ਰਸ਼ਾਸਨ ਵੀ ਦੋਹੇ ਮਿਲ ਕੇ ਕੋਈ ਅਜਿਹੀ ਨਿਸ਼ਾਨੀ ਲਾਉਂਦੇ ਕਿ ਭਾਵ ਚਾਹੇ ਜਿੱਦਾਂ ਪਿੰਡਾਂ ਦੇ ਵਿੱਚ ਸਾਡਿਆਂ 'ਚ ਹੁੰਦਾ ਡੱਲਾ ਸਾਹਿਬ ਕਿ ਜੋ ਵਿਆਹ ਸਮਾਗਮ ਹੋਵੇ ਜਾਂ ਨਗਰ ਕੀਰਤਨ ਹੋਵੇ ਤਾਂ ਚੂਨਾ ਪਾ ਦਿੱਤਾ ਜਾਂਦਾ ਤੇ ਉੱਦਾਂ ਦਾ ਕੋਈ ਪਾ ਦਿੰਦੇ, ਕਿਉਂਕਿ ਸਾਡੇ ਉਹ ਕਿਸਾਨ ਉੱਥੇ ਬੈਠੇ ਨੇ ਜਿਹੜੇ ਕਦੇ ਦਿੱਲੀ ਗਏ ਨਹੀਂ, ਜਿਹੜੇ ਕਦੇ ਪਿੰਡਾਂ 'ਚ ਬਹੁਤ ਘੱਟ ਸ਼ਹਿਰਾਂ 'ਚ ਜਾਂਦੇ ਨੇ। ਸੋ ਉਹ ਕਿਸਾਨ ਵੀ ਉੱਥੇ ਨੇ, ਇਸ ਕਰਕੇ ਉਹਨਾਂ ਨੂੰ ਸਮਝਾਉਣ ਦੇ ਲਈ ਉਸ ਰੂਟ ਦੇ ਉੱਤੇ ਇਹ ਜ਼ਰੂਰ ਮੁਸ਼ਕਿਲ ਹੋਈ ਹੈ, ਜ਼ਰੂਰ ਕੋਤਾਹੀ ਕਿਤੇ ਨਾ ਕਿਤੇ ਹੋਈ ਹੈ ਕਿ ਉਹਨਾਂ ਨੂੰ ਰੂਟ ਪਲਾਨ ਸਹੀ ਤਰੀਕੇ ਦੇ ਨਾਲ ਨਹੀਂ ਸਮਝਾਇਆ ਗਿਆ। ਨਹੀਂ ਤਾਂ ਇੰਨੇ ਵੱਡੇ ਪੱਧਰ ਦੇ ਉੱਤੇ ਕੋਈ ਵੀ ਉਹਨਾਂ ਕੁਝ ਅਨਸਰਾਂ ਦਾ ਸਾਥ ਨਹੀਂ ਸੀ ਦੇ ਸਕਦੇ ਜਿਨ੍ਹਾਂ ਦੇ ਵੱਲੋਂ ਅਜਿਹੀਆਂ ਘਟਨਾਵਾਂ ਦਾ ਸਾਥ ਦਿੱਤਾ ਗਿਆ। ਸੋ ਡੱਲਾ ਸਾਹਿਬ, ਜਿਸ ਤਰ੍ਹਾਂ ਹੁਣ ਕਿਸਾਨ ਆਗੂਆਂ ਨੇ ਬੀਤੀ ਸ਼ਾਮ ਜਿਹੜੀ ਪਰੇਡ ਸੀ ਇਹਨੂੰ ਰੱਦ ਕੀਤਾ ਤੇ ਉਸ ਤੋਂ ਬਾਅਦ ਸਭ ਨੂੰ ਇਹ ਅਪੀਲ ਕੀਤੀ ਕਿ ਤੁਸੀਂ ਮੋਰਚੇ ਵਾਲੇ ਥਾਵਾਂ 'ਤੇ ਵਾਪਸ ਪਰਤੋ ਤੇ ਉੱਥੇ ਪਹੁੰਚ ਕੇ ਆਪਾਂ ਗੱਲਬਾਤ ਕਰੀਏ ਕਿ ਅਗਲੀਆਂ ਰਣਨੀਤੀਆਂ ਆਪਣੀਆਂ ਕੀ ਰਹਿਣਗੀਆਂ ਤੇ ਆਪਾਂ ਅੱਗੇ ਕਿਸ ਤਰ੍ਹਾਂ ਵਧਣਾ। ਇਸ ਨੂੰ ਕਿੱਦਾਂ ਵੇਖਦੇ ਹੋ ਕਿ ਉਸੇ ਟਾਈਮ ਜਦੋਂ ਕਿਸਾਨ ਜਥੇਬੰਦੀਆਂ ਦਾ ਇਹ ਸਾਰਾ ਕੁਝ ਵੇਖਦੇ ਨੇ? ਇਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ। ਮੈਨੂੰ ਇਹ ਲੱਗਦਾ ਕਿ ਇਹ ਕਿਸਾਨ ਜਥੇਬੰਦੀਆਂ ਵੱਲੋਂ ਦੇਰ ਨਾਲ ਲਿਆ ਗਿਆ ਫੈਸਲਾ ਹੈ। ਜਦੋਂ ਇਹ ਹਿੰਸਾ ਹੋਣੀ ਸ਼ੁਰੂ ਹੋਈ, ਜਦੋਂ ਇਹ ਮਾਮਲਾ ਵਿਗੜ ਰਿਹਾ ਸੀ, ਉਸੇ ਟਾਈਮ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸੀ। ਚਲੋ ਦੇਰ ਸ਼ਾਮ ਉਹਨਾਂ ਨੇ, ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਸੀ 72 ਘੰਟੇ ਤੱਕ ਇਹ ਕਿਸਾਨ ਪਰੇਡ ਜਾਰੀ ਰਹੂਗੀ, ਗਣਤੰਤਰ ਪਰੇਡ, ਉਹਨੂੰ ਉਹਨਾਂ ਨੇ ਫੌਰੀ ਤੌਰ ਤੇ ਬੰਦ ਕੀਤਾ ਔਰ ਅਪੀਲ ਕੀਤੀ ਕਿ ਸ਼ਾਮ ਨੂੰ ਸਾਰੇ ਲੋਕ ਵਾਪਸ ਜਾਣਗੇ ਦਿੱਲੀ। ਉਧਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਬੈਠਕ ਹੋਈ, ਉਹ 'ਚ ਗ੍ਰਹਿ ਸਕੱਤਰ ਸੀ, ਉਹਦੇ ਵਿੱਚ ਸਾਡੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਦੇ ਅਫਸਰ ਸੀ, ਔਰ 15 ਤਾਂ CRPF ਦੀਆਂ ਟੁਕੜੀਆਂ ਦਿੱਲੀ ਔਰ ਆਸ-ਪਾਸ ਦੇ ਇਲਾਕਿਆਂ 'ਚ ਤੈਨਾਤ ਕੀਤੀਆਂ ਜਾਣਗੀਆਂ। CRPF ਸੈਂਟਰਲ ਰਿਜ਼ਰਵ ਪੁਲਿਸ ਫੋਰਸਿਸ,
ਔਰ ਇਹਦੇ ਨਾਲ ਨੀਮ ਫੌਜੀ ਦਸਤੇ ਤੈਨਾਤ ਕੀਤੇ ਜਾਣਗੇ 10 ਕੰਪਨੀਆਂ ਜੀ। ਔਰ ਇਹਦੇ ਨਾਲ ਦਿੱਲੀ ਦੇ ਜਿਹੜੇ ਕੁਝ ਇਲਾਕੇ ਨੇ, ਸਿੰਘੂ ਬਾਰਡਰ ਨੇ, ਟਿੱਕਰੀ ਬਾਰਡਰ ਨੇ, ਸਾਰੇ ਇਲਾਕੇ ਨੇ, ਇਹਨਾਂ ਦੇ ਉੱਤੇ ਇੰਟਰਨੈਟ ਪਹਿਲਾਂ ਆਇਆ ਸੀਗਾ ਕਿ ਕੱਲ ਰਾਤ ਤੱਕ ਬੰਦ ਰਹਿਣੇ ਨੇ। ਬਾਅਦ ਦੇ ਵਿੱਚ ਅਜਿਹੀਆਂ ਜਾਣਕਾਰੀਆਂ ਵੀ ਨੇ ਕਿ ਉਹ ਬੁੱਧਵਾਰ ਤੱਕ ਉਹਨਾਂ ਨੂੰ ਇੰਟਰਨੈਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੁਰੱਖਿਆ ਦੇ ਮੱਦੇਨਜ਼ਰ। ਬਿਲਕੁਲ। ਹਰਿਆਣਾ ਦੀ ਸਰਕਾਰ ਨੇ ਫੈਸਲਾ ਕੀਤਾ। ਕਈ ਹਰਿਆਣਾ ਦੇ ਵਿੱਚ ਜ਼ਿਲ੍ਹੇ ਨੇ 3, ਸੋਨੀਪਤ ਜ਼ਿਲ੍ਹਾ ਹੈ, ਪਲਵਲ ਹੈ, ਕਈ ਜ਼ਿਲ੍ਹੇ ਨੇ ਜਿੱਥੇ ਉੱਥੇ ਇੰਟਰਨੈਟ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਬਿਲਕੁਲ। ਅੱਜ ਸ਼ਾਮ 5 ਵਜੇ ਤਕਰੀਬਨ ਜੋ ਸਮਾਂ ਮਿਲ ਰਿਹਾ ਕਿ ਅੱਜ ਸ਼ਾਮ 5 ਵਜੇ ਤੱਕ ਇਹ ਜਿਹੜੇ ਇੰਟਰਨੈਟ ਤੇ ਮੋਬਾਈਲ ਸੇਵਾ ਵੀ ਕਈ ਜਗ੍ਹਾ ਦੇ ਉੱਤੇ ਦੇਖੋ ਹਜੇ ਤੱਕ ਇਹ ਬੰਦ, ਕਿਉਂਕਿ ਹਜੇ ਤੱਕ ਸ਼ਾਂਤੀਪੂਰਵਕ ਸੀ ਅੰਦੋਲਨ ਜੀ। ਅੰਦੋਲਨ ਸ਼ਾਂਤੀਪੂਰਵਕ ਸੀ, ਅੰਦੋਲਨ 'ਚ ਹਿੰਸਾ ਨਹੀਂ ਸੀ। ਇਸੇ ਕਰਕੇ ਸਰਕਾਰ ਨੇ ਕਦੀ ਇੰਟਰਨੈਟ ਬੰਦ ਨਹੀਂ ਕੀਤਾ, ਕਿਉਂਕਿ ਵਿਰੋਧ ਹੋ ਜਾਣਾ ਸੀ ਜੇ ਸ਼ਾਂਤੀਪੂਰਵਕ ਅੰਦੋਲਨ ਤੇ ਇੰਟਰਨੈਟ ਬੰਦ ਹੁੰਦੇ। ਅੰਦੋਲਨ ਇੱਕ ਧੜੇ ਨੇ, ਇੱਕ ਗਰੁੱਪ ਨੇ ਹਿੰਸਕ ਕਰਤਾ, ਕੁਝ ਲੋਕਾਂ ਨੇ ਹਿੰਸਕ ਕਰਤਾ ਤੇ ਆ ਇੰਟਰਨੈਟ ਵਰਗੀਆਂ ਸੇਵਾਵਾਂ ਤੋਂ ਵਾਂਝਾ ਹੋਣਾ ਪਿਆ ਲੋਕਾਂ ਨੂੰ। ਬਿਲਕੁਲ। ਇਹ ਚੀਜ਼ ਸੋਚਣ ਵਾਲੀ ਹੈ ਕਿ ਇੱਕ ਪਾਸੇ ਤੁਹਾਨੂੰ ਦਿੱਲੀ ਸਰਕਾਰ ਉੱਥੇ ਵਾਈਫਾਈ ਦਾ ਇੰਤਜ਼ਾਮ ਕਰਕੇ ਦੇ ਰਹੀ ਸੀ ਤੇ ਅੱਜ ਸਰਕਾਰ ਦੇ ਵੱਲੋਂ ਤੁਹਾਨੂੰ ਇੰਟਰਨੈਟ ਸੇਵਾਵਾਂ ਦੇਣ ਤੋਂ ਹੀ ਬੰਦ ਕਰ ਦਿੱਤਾ ਗਿਆ, ਉੱਥੇ ਰੋਕ ਲਾ ਦਿੱਤੀ ਗਈ ਹੈ। ਕਿਤੇ ਨਾ ਕਿਤੇ ਹਿੰਸਕ ਘਟਨਾਵਾਂ ਦਾ ਹੀ ਬਹੁਤ ਵੱਡਾ ਪ੍ਰਕੋਪ ਜਿਹੜਾ ਕਿਸਾਨੀ ਅੰਦੋਲਨ ਦੇ ਉੱਤੇ ਵੇਖਣ ਨੂੰ ਮਿਲਿਆ। ਇਹੀ ਚੀਜ਼ਾਂ ਤੋਂ ਮੈਨੂੰ ਲੱਗਦਾ ਕਿ ਕਿਸਾਨ ਆਗੂ ਲਗਾਤਾਰ ਕਹਿ ਰਹੇ ਸੀ ਕਿ ਜਦੋਂ ਤੱਕ ਇਹ ਕਿਸਾਨ ਅੰਦੋਲਨ ਹੈ ਇਹ ਸ਼ਾਂਤਮਈ ਹੈ, ਉਦੋਂ ਤੱਕ ਇਸ ਦੇ ਵਿੱਚ ਜਿੱਤ ਦੇ ਪੂਰੇ ਅਸਾਰ ਨੇ, ਪਰ ਜਦੋਂ ਹਿੰਸਕ ਹੋਇਆ ਤਾਂ ਉਦੋਂ ਇਹ ਉਹਨਾਂ ਵਿਰੋਧੀ ਤਾਕਤਾਂ ਦੀ ਜਿੱਤ ਦਾ ਕਾਰਨ ਬਣੇਗਾ ਜੋ ਲਗਾਤਾਰ ਇਸ ਕਿਸਾਨੀ ਅੰਦੋਲਨ ਨੂੰ ਸਮਾਪਤ ਕਰਨ ਦੇ ਵੱਲ ਵਧ ਰਹੇ ਨੇ। ਸੋ ਡੱਲਾ ਸਾਹਿਬ, ਇਸ ਤੋਂ ਬਾਅਦ ਹੁਣ ਅਗਲੀਆਂ ਚਰਚਾਵਾਂ ਨੇ ਕਿ ਆਖਰਕਾਰ ਕਿਸਾਨ ਆਗੂ ਜੋ 1 ਫਰਵਰੀ ਦੀ ਮਾਰਚ ਨੂੰ ਲੈ ਕੇ ਕੀ ਐਲਾਨ ਕਰ ਸਕਦੇ ਨੇ। ਹੋ ਸਕਦਾ ਹੈ ਕਿ ਉਹ ਮਾਰਚ ਰੱਦ ਕੀਤਾ ਜਾਵੇ, ਕਿਉਂਕਿ ਕਿਸਾਨ ਆਗੂਆਂ ਨੂੰ ਵੀ ਕਿਤੇ ਨਾ ਕਿਤੇ ਇਹ ਜੋ ਸਾਰਾ ਕੁਝ ਹੋਇਆ ਇਹਨੂੰ ਸਮਝਣ ਦੇ ਵਿੱਚ, ਇਹਨੂੰ ਸੁਲਝਾਉਣ ਦੇ ਵਿੱਚ ਸਮਾਂ ਜ਼ਰੂਰ ਲੱਗੂਗਾ। ਦੇਖੋ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰਨਾ ਕਿ ਉਹਨਾਂ ਦਾ ਅੰਦੋਲਨ ਕਿਸ ਰੂਪ 'ਚ ਜਾਣਾ ਹੈ, ਕਿਉਂਕਿ ਇਹ ਕਿਸਾਨ ਜਥੇਬੰਦੀਆਂ ਦਾ ਨਿਰੋਲ ਫੈਸਲਾ ਹੈ। ਅਸੀਂ ਬਤੌਰ ਪੱਤਰਕਾਰ ਜ਼ਰੂਰ ਆਪਣੀ ਟਿੱਪਣੀਆਂ ਜਿਹੜੀ ਰੱਖਦੇ ਹਾਂ, ਪਰ ਮੈਨੂੰ ਇਹ ਲੱਗਦਾ ਹੈ ਕਿ ਹੁਣ ਜੇ ਕਿਸਾਨ ਆਗੂ ਕਹਿਣਗੇ ਕਿ ਅਸੀਂ 1 ਮਾਰਚ ਨੂੰ ਸੰਸਦ ਵੱਲ, ਪਾਰਲੀਮੈਂਟ ਵੱਲ ਨੂੰ ਮਾਰਚ ਕੱਢਣਾ ਹੈ ਤੇ ਦਿੱਲੀ ਪੁਲਿਸ ਨੇ ਮਨਜ਼ੂਰੀ ਨਹੀਂ ਦੇਣੀ ਕਿ ਉਹ ਦਿੱਲੀ ਦਾ ਬਾਰਡਰ ਟੱਪਣ। ਜਿਵੇਂ ਪਹਿਲਾਂ ਬੈਰੀਕੇਡਿੰਗ ਸੀ, ਹੁਣ ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੀ ਪੁਲਿਸ ਮਨਜ਼ੂਰੀ ਦੇਊਗੀ ਕਿ ਤੁਸੀਂ ਮਾਰਚ ਕਰੋ, ਪਾਰਲੀਮੈਂਟ ਦੇ ਸੈਸ਼ਨ ਤੱਕ ਜਾਓ? ਬਿਲਕੁਲ। ਇਸ ਕਰਕੇ ਅੱਜ ਦੀ ਪਰੇਡ ਸ਼ਾਂਤੀਪੂਰਵਕ ਰਹਿਣੀ ਬਹੁਤ ਜ਼ਰੂਰੀ ਸੀ, ਬਹੁਤ ਜ਼ਰੂਰੀ ਸੀ ਕਿ ਇਹ ਪਰੇਡ ਸ਼ਾਂਤੀਪੂਰਵਕ ਰਹਿੰਦੀ। ਦੇਖੋ ਪਰੇਡ ਖਤਮ ਹੁੰਦੇ ਹੀ ਕਿਸਾਨਾਂ ਨੇ ਕੋਈ ਨਾ ਕੋਈ ਮੀਟਿੰਗ ਕੱਲ ਦੇ ਲਈ ਰੱਖਣੀ ਚਾਹੀਦੀ, ਅੱਜ ਮੀਟਿੰਗ ਕਰਨੀ ਚਾਹੀਦੀ ਹੈ। ਕੱਲ ਚਲੋ ਕਰ ਲੈਂਦੇ ਤਾਂ ਬਹੁਤ ਵਧੀਆ ਸੀ, ਅੱਜ ਮੀਟਿੰਗ ਰੱਖਣੀ ਚਾਹੀਦੀ ਹੈ। ਮੀਟਿੰਗ ਕਰਕੇ ਪੂਰੀਆਂ ਚੀਜ਼ਾਂ, ਪੂਰੀਆਂ ਸਥਿਤੀਆਂ ਨੇ ਜਿਹੜੀਆਂ ਉਹਨਾਂ ਨੂੰ ਸਪਸ਼ਟ ਕਰਨੀਆਂ ਚਾਹੀਦੀਆਂ ਨੇ। ਹਾਲਾਂਕਿ ਉਹਨਾਂ ਨੇ ਕੱਲ ਪ੍ਰੈਸ ਨੋਟ ਜਾਰੀ ਕੀਤਾ, ਬਿਆਨ ਵੀ ਕਈ ਲੀਡਰਾਂ ਦੇ ਆਏ, ਉਹ ਕਹਿੰਦੇ ਅਸੀਂ ਹਿੰਸਾ ਦੀ ਨਿੰਦਾ ਕਰਦੇ ਹਾਂ, ਇਹ ਹਿੰਸਾ ਕਰਨ ਵਾਲੇ ਲੋਕ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਸੀ। ਇਹ ਵੀ ਕਿਹਾ ਇਹਨਾਂ ਨੇ, ਅਗਰ ਉਹ ਹਿੱਸਾ ਨਹੀਂ ਸੀ ਉਹ ਲੋਕ, ਤੇ ਪਹਿਲਾਂ ਵੀ ਇਹਨਾਂ ਕਿਸਾਨ ਆਗੂਆਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਵੀ ਕੁਝ ਸਮਾਜਿਕ ਤੱਤਵ ਨੇ ਪਹਿਲਾਂ ਚਿੰਤਾ ਜਤਾ ਦਿੰਦੇ ਵੀ ਇਸ ਪਰੇਡ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਇਸ ਕਰਕੇ ਬੜਾ ਜ਼ਰੂਰੀ ਸੀ। ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਦੇਖੋ ਮੀਟਿੰਗ ਕੀਤੀ ਹੈ ਜੀ। ਪੰਜਾਬ ਤੇ ਹਰਿਆਣੇ 'ਚ ਵੀ ਹਾਈ ਅਲਰਟ ਹੈ ਵੀ ਕੋਈ ਅਣਸੁਖਾਵੀ ਵਾਰਦਾਤ ਨਾ ਕਰ ਜੇ। ਹਰਿਆਣੇ ਦੇ ਮੁੱਖ ਮੰਤਰੀ ਨੇ, ਉੱਥੋਂ ਦੇ ਡੀਜੀਪੀ ਨੇ ਮਨੋਜ ਯਾਦਵ, ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਉਹਨਾਂ ਨੇ ਹਾਈ ਅਲਰਟ ਤੇ ਕਰਤੇ। ਪੰਜਾਬ ਦੇ ਡੀਜੀਪੀ ਨੇ ਦਿਨਕਰ ਗੁਪਤਾ, ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਹਾਈ ਅਲਰਟ ਤੇ ਕਰਤੇ। ਏਡੀਜੀਪੀ ਨੇ ਜਿਹੜੇ ਸਾਈਬਰ ਦੇ ਨਾਲ ਜੁੜੇ ਹੋਏ ਨੇ, ਸਾਈਬਰ ਸਿਕਿਉਰਿਟੀ, ਸੋਸ਼ਲ ਮੀਡੀਆ ਤੇ ਕੀ ਪੈ ਰਿਹਾ ਕੀ ਨਹੀਂ ਪੈ ਰਿਹਾ, ਪੰਜਾਬ ਦੇ ਏਡੀਜੀਪੀ ਨੇ, ਏਐਸ ਰਾਏ, ਉਹਨਾਂ ਨੇ ਵੀ ਆਪਣੀ ਨਜ਼ਰਸਾਨੀ ਬਣਾ ਰੱਖੀ ਹੈ। ਫੇਸਬੁੱਕ, ਸੋਸ਼ਲ ਮੀਡੀਆ ਵਾਲਿਆਂ ਨੂੰ ਕਿਹਾ ਹੋਇਆ, ਸਾਰਿਆਂ ਨੂੰ ਉਹਨਾਂ ਨੇ ਅਲਰਟ ਕੀਤਾ ਹੋਇਆ ਵੀ ਕੋਈ ਵੀ ਅਗਰ ਸਮਾਜ ਨੂੰ ਭ੍ਰਮਿਤ ਕਰਨ ਵਾਲੀ, ਗੁੰਮਰਾਹ ਕਰਨ ਵਾਲੀ ਕੋਈ ਪੋਸਟ ਆਉਂਦੀ ਹੈ ਤੇ ਉਹਨੂੰ ਤੁਰੰਤ ਡਿਲੀਟ ਕੀਤਾ ਜਾਵੇ। ਔਰ ਆਮ ਲੋਕਾਂ ਲਈ ਵੀ ਬੜਾ ਜ਼ਰੂਰੀ ਹੈ ਵੀ ਕੋਈ ਵੀ ਗੁੰਮਰਾਹ ਕੁੰਨ ਜਿਹੜੀ ਕੋਈ ਵੀਡੀਓ ਤੁਹਾਡੇ ਕੋਲ ਆਉਂਦੀ ਹੈ, ਕੋਈ ਫੋਟੋ ਤੁਹਾਡੇ ਕੋਲੇ ਗੁੰਮਰਾਹ ਕੁੰਨ ਹੈ ਜਾਂ ਹਿੰਸਕ ਹੈ, ਤੇ ਉਹਨੂੰ ਅੱਗੇ ਨਾ ਭੇਜੋ। ਬਿਲਕੁਲ। ਇਹ ਜਿੰਨੀਆਂ ਹਿੰਸਾ ਨਾਲ ਜੁੜੀਆਂ ਚੀਜ਼ਾਂ ਨੇ ਉਹਨਾਂ ਨੂੰ ਅੱਗੇ ਨਾ ਭੇਜੋ, ਤਾਂ ਕਿ ਇਹਨਾਂ ਦਾ ਪ੍ਰਚਾਰ ਪ੍ਰਸਾਰ ਮਾਨਸਿਕਤਾ ਤੇ ਬਹੁਤ ਅਸਰ ਪਾਉਂਦਾ ਮਾੜਾ। ਬਿਲਕੁਲ। ਹਿੰਸਕ ਚੀਜ਼ਾਂ ਨੂੰ ਅੱਗੇ ਨਹੀਂ ਦੇਣਾ ਚਾਹੀਦਾ। ਰਵਨੀਤ ਬਿੱਟੂ ਉਹਨਾਂ ਦਾ ਦੇਖੋ ਬਿਆਨ ਆ ਗਿਆ ਕੱਲ। ਰਵਨੀਤ ਬਿੱਟੂ ਕਹਿੰਦੇ ਜਿਹੜੇ ਕੱਲ ਹਿੰਸਾ 'ਚ ਸ਼ਾਮਲ ਸੀ ਉਹ ਖਾਲਿਸਤਾਨੀ ਸੀ, ਔਰ ਹਜੇ ਤੱਕ ਵਿਰੋਧੀ ਕਈ ਇਲਜ਼ਾਮ ਲਾਉਂਦੇ ਸੀ। ਔਰ ਜਿਸ ਤਰੀਕੇ ਦੀ ਘਟਨਾ ਪੇਸ਼ ਕੀਤੀ ਗਈ, ਡੈਮੋਕ੍ਰੇਸੀ 'ਚ, ਲੋਕਤੰਤਰ 'ਚ, ਸੰਵਿਧਾਨਿਕ ਦਾਇਰੇ 'ਚ ਰਹਿ ਕੇ ਮੰਗ ਕੀਤੀ ਜਾਂਦੀ, ਬੜੀ ਚੰਗੀ ਗੱਲ ਸੀ। ਜਿਹੜੇ ਲੋਕ ਹਿੰਸਾ ਕਰਨ ਚਲੇ ਗਏ, ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਇਹਨਾਂ ਦੇ ਚੰਗੇ ਨਤੀਜੇ ਥੋੜੀ ਮਿਲਣੇ। ਬਿਲਕੁਲ ਹੈ ਗਗਨ ਜੀ। ਔਰ ਪੂਰਾ ਕਿਸਾਨ ਅੰਦੋਲਨ ਹੈ ਜਿਹੜਾ ਉਹ ਬਦਨਾਮ ਹੋਇਆ ਹੈ। ਬਿਲਕੁਲ। ਸੋ ਇੱਥੇ ਇਹ ਵੀ ਗੱਲ ਕਰ ਦਈਏ ਕਿ ਅਸੀਂ ਸਿਰਫ ਉਹਨਾਂ ਲੋਕਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਜੋ
ਉਸ ਰੂਟ ਦੇ ਉੱਤੇ ਗਏ ਜਿਸ ਰੂਟ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਆਗਿਆ ਨਹੀਂ ਦਿੱਤੀ ਸੀ। ਪਰ ਜਿਹੜੇ ਲੋਕ ਉਹਨਾਂ ਕਿਸਾਨ ਆਗੂਆਂ ਦੇ ਨਾਲ ਸੀ ਜਿਨ੍ਹਾਂ ਦਾ ਮਾਰਚ ਬਹੁਤ ਸ਼ਾਂਤਮਈ ਰਿਹਾ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਉਸੇ ਤਰ੍ਹਾਂ ਉਹ ਮਾਰਚ ਚੱਲਦਾ ਗਿਆ ਤੇ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਜਿਸ ਤਰ੍ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਸੀ, ਉਹ ਵੀ ਸਾਰਾ ਉਸ ਰਸਤੇ ਦੇ ਵਿੱਚ ਰਿਹਾ। ਲੋਕਾਂ ਨੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਉਹਨਾਂ ਕਿਸਾਨ ਆਗੂਆਂ ਦਾ, ਉਹਨਾਂ ਕੁਝ ਕਿਸਾਨ ਪਰੇਡ ਦਾ ਜਿਹੜੀ ਸਹੀ ਰਸਤੇ ਤੋਂ ਜਾ ਰਹੀ ਸੀ। ਸੋ ਉਸ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਉਹਨਾਂ ਦੀ ਟਿੱਪਣੀ ਨੇ, ਉਹਨਾਂ ਦੇ ਲਈ ਟਿੱਪਣੀ ਨਹੀਂ, ਉਹ ਸ਼ਾਬਾਸ਼ ਦੇ ਹੱਕਦਾਰ ਨੇ ਹਜੇ ਵੀ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਜਿਹੜਾ ਸਹਿਯੋਗ ਕੀਤਾ ਹੈ ਕਿਸਾਨ ਜਥੇਬੰਦੀਆਂ ਦਾ। ਤੇ ਰਾਤ ਹੁੰਦਿਆਂ ਤੱਕ ਜਦੋਂ ਤੱਕ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਐਲਾਨ ਕੀਤਾ ਸੀ, ਉਹ ਵਾਪਸ ਉਹਨਾਂ ਮੋਰਚਿਆਂ ਦੇ ਉੱਤੇ ਪਹੁੰਚ ਵੀ ਗਏ, ਵਾਪਸ ਉਹ ਸਰਹੱਦ ਦਿੱਲੀ ਦੀ ਸਰਹੱਦ ਤੇ ਆ ਗਏ, ਦਿੱਲੀ ਵਾਪਸ ਕਰਕੇ ਆ ਗਏ। ਸੰਯੁਕਤ ਮੋਰਚੇ ਨੇ ਅਪੀਲ ਕੀਤੀ ਸੀ, ਇਹਦਾ ਸਵਾਗਤ ਹੈ, ਬਿਲਕੁਲ ਵਾਪਸ ਆ ਜਾਣਾ ਚਾਹੀਦਾ ਸੀ ਜਿਹੜੀ ਥਾਂ ਤੈਅ ਹੋਈ ਸੀ। ਬਿਲਕੁਲ। ਸੋ ਲਗਾਤਾਰ ਜੋ ਚਰਚਾਵਾਂ ਹੁਣ ਅੱਗੇ ਬਣਨਗੀਆਂ, ਉਹ ਚਰਚਾਵਾਂ ਬੜੀਆਂ ਤੇਜ਼ ਹੋਣਗੀਆਂ, ਕਿਉਂਕਿ ਹੁਣ ਹੋ ਸਕਦਾ ਕਿ ਇਸ ਕਿਸਾਨੀ ਅੰਦੋਲਨ ਦਾ ਸਿਆਸੀ ਧਰੂਵੀਕਰਨ ਹੋ ਸਕਦਾ। ਡੱਲਾ ਜੀ ਇਹਨੂੰ ਕਿੱਦਾਂ ਵੇਖ ਰਹੇ ਹੋ? ਕਿਉਂਕਿ ਹੁਣ ਸਿਆਸੀ ਬਿਆਨ ਆਉਣਗੇ ਤੇ ਉਹ ਬਿਆਨ ਲਗਾਤਾਰ ਇਸ ਮੋਰਚੇ ਨੂੰ ਘੇਰਨ ਦੀ ਕੋਸ਼ਿਸ਼ ਦੇ ਵਿੱਚ ਹੋਣਗੇ, ਉਹਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਦੇਖੋ, ਦੋ ਧਿਰਾਂ ਨੇ, ਇੱਕ ਤਾਂ ਧਿਰ ਉਹ ਹੋਊਗੀ ਜਿਹੜੀ ਮੋਰਚੇ ਨੂੰ ਵੀ ਘੇਰੂਗੀ, ਕਿਸਾਨ ਮੋਰਚੇ ਨੂੰ ਵੀ ਘੇਰੂਗੀ। ਐਨਡੀਏ ਦੀਆਂ ਪਾਰਟੀਆਂ ਨੇ, ਸੱਤਾਧਾਰੀ ਧਿਰ ਹੈ, ਉਹਨਾਂ ਕੋਲੇ ਹੁਣ ਇੱਕ ਮੌਕਾ ਆਇਆ ਇਸ ਹਿੰਸਾ ਤੋਂ ਬਾਅਦ, ਉਹ ਜ਼ਰੂਰ ਆਪਣੀ ਗੱਲ ਰੱਖਣਗੇ ਔਰ ਨਿੰਦਣਗੇ ਕਿ ਹਿੰਸਾ ਨਹੀਂ ਹੋਣੀ ਚਾਹੀਦੀ। ਉਹ ਤਾਂ ਅਸੀਂ ਵੀ ਕਹਿ ਰਹੇ ਹਾਂ ਹਿੰਸਾ ਨਹੀਂ ਹੋਣੀ ਚਾਹੀਦੀ ਜੀ। ਦੂਸਰੀ ਰਾਹੁਲ ਗਾਂਧੀ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ ਹੈ, ਇਹ ਲੋਕ ਵੀ ਹੁਣ ਇਸ ਪੂਰੇ ਮਸਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਤਕਰਾਰ ਚਾਹੁੰਗੇ। ਅੱਜ ਰਾਹੁਲ ਗਾਂਧੀ ਨੇ ਚਲੋ ਇਸ ਗੱਲ ਦੀ ਨਿੰਦਾ ਕੀਤੀ ਹੈ ਕਿ ਹਿੰਸਾ ਨਹੀਂ ਹੋਣੀ ਚਾਹੀਦੀ, ਬਿਲਕੁਲ ਨਹੀਂ ਹੋਣੀ ਚਾਹੀਦੀ। ਕੈਪਟਨ ਨੇ ਵੀ ਕਿਹਾ ਹਿੰਸਾ ਦੀ ਕੋਈ ਥਾਂ ਨਹੀਂ, ਕਿਸਾਨ ਜਿਹੜੇ ਨੇ ਉਹ ਵਾਪਸ ਆ ਜਾਣ ਸਰਹੱਦਾਂ ਤੇ। ਰਾਹੁਲ ਗਾਂਧੀ ਨੇ, ਨਵਜੋਤ ਸਿੱਧੂ ਨੇ ਟਵੀਟ ਕੀਤਾ, ਨਵਜੋਤ ਸਿੱਧੂ ਕਹਿੰਦੇ ਵੀ ਸਰਕਾਰਾਂ ਨੂੰ ਕਿਸਾਨਾਂ ਨਾਲ ਟਕਰਾਅ ਦੀ ਸਥਿਤੀ 'ਚ ਨਹੀਂ ਪੈਣਾ ਚਾਹੀਦਾ, ਕਿਸਾਨਾਂ ਦੀਆਂ ਮੰਗਾਂ ਬਹਿ ਕੇ ਸੰਜਮ ਨਾਲ ਸੁਣ ਕੇ ਮੰਨਣਯੋਗ ਨੇ ਜੀ। ਇਹ ਨਵਜੋਤ ਸਿੱਧੂ ਨੇ ਆਪਣਾ ਪੱਖ ਰੱਖਿਆ। ਔਰ ਸ਼ਰਦ ਪਵਾਰ ਨੇ, ਦੇਖੋ ਬਹੁਤ ਵੱਡੇ ਲੀਡਰ ਨੇ, ਸਾਬਕਾ ਖੇਤੀਬਾੜੀ ਮੰਤਰੀ ਨੇ, ਮੁੰਬਈ 'ਚ ਮਹਾਰਾਸ਼ਟਰ 'ਚ ਆਜ਼ਾਦ ਮੈਦਾਨ 'ਚ ਰੈਲੀ ਹੋਈ, 14-15 ਹਜ਼ਾਰ ਕਿਸਾਨ ਸੀ, ਬਿਲਕੁਲ ਉਸ ਰੈਲੀ 'ਚ ਉਹਨਾਂ ਨੇ ਸੰਬੋਧਨ ਕੀਤਾ। ਸ਼ਰਦ ਪਵਾਰ ਕਹਿੰਦੇ ਮੈਂ ਵੀ ਹੈਰਾਨ ਹਾਂ ਕਿ ਹਿੰਸਾ ਨਹੀਂ ਹੋਣੀ ਚਾਹੀਦੀ ਸੀ, ਅਸਲ ਮਕਸਦ ਤੋਂ ਇਹਦੇ ਨਾਲ ਅੰਦੋਲਨ ਭਟਕੂਗਾ। ਔਰ ਉਹਨਾਂ ਨੇ ਹਾਲਾਂਕਿ ਇਹ ਵੀ ਕਿਹਾ ਕਿ ਜਿਹੜੇ 3 ਖੇਤੀ ਕਾਨੂੰਨ ਨੇ, 2003 ਤੋਂ ਇਹਨਾਂ ਤੇ ਗੱਲ ਹੋ ਰਹੀ ਹੈ ਔਰ ਪਾਰਲੀਮੈਂਟ ਦੀ ਸਿਲੈਕਟ ਕਮੇਟੀ 'ਚ ਇਹ ਕਾਨੂੰਨਾਂ ਤੇ ਚਰਚਾ ਨਹੀਂ ਹੋਈ। ਸਿਲੈਕਟ ਕਮੇਟੀ 'ਚ ਆਉਣੇ ਚਾਹੀਦੇ ਸੀ, ਦੇਸ਼ ਦੇ ਕਿਸਾਨਾਂ ਨਾਲ ਗੱਲ ਹੋਣੀ ਚਾਹੀਦੀ ਸੀ, ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਾਨੂੰਨ ਰੱਦ ਹੋਣ। ਦੇਖੋ ਹੁਣ 2 ਸਬਜੈਕਟ ਹੋ ਗਏ, ਇੱਕ ਤਾਂ ਅੰਦੋਲਨ ਹੈ ਜਿਹੜਾ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਾ, ਉਹ 'ਚ ਵਿਰੋਧੀ ਧਿਰਾਂ ਵੀ ਨੇ, ਉਹ 'ਚ ਰਵਨੀਤ ਬਿੱਟੂ ਵੀ ਬੈਠਾ ਹੈ, ਕਾਂਗਰਸ ਦਾ ਹੈ, ਆਮ ਆਦਮੀ ਪਾਰਟੀ ਦੇ ਲੋਕ ਨੇ, ਔਰ ਇੱਕ ਸਿਰਫ ਸ਼ੁੱਧ ਕਿਸਾਨਾਂ ਦਾ ਅੰਦੋਲਨ ਹੈ। ਕਿਸਾਨਾਂ ਦਾ ਅੰਦੋਲਨ ਉਹ ਵੀ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਸੀ, ਪਰ ਅਗਰ ਇਹ ਹਿੰਸਕ ਘਟਨਾ ਨਾ ਹੁੰਦੀ ਤੇ ਉਹਨਾਂ ਦਾ ਅੰਦੋਲਨ ਸ਼ਾਂਤਮਈ ਡੈਮੋਕ੍ਰੈਟਿਕ ਤਰੀਕੇ ਨਾਲ ਚੱਲ ਰਿਹਾ ਸੀ ਜੀ। ਹੁਣ ਪਾਰਲੀਮੈਂਟ ਦਾ ਸੈਸ਼ਨ ਹੈ, ਪਾਰਲੀਮੈਂਟ 'ਚ ਵਿਰੋਧੀ ਧਿਰਾਂ ਬੀਜੇਪੀ ਨੂੰ ਘੇਰਨਗੀਆਂ ਔਰ ਬੀਜੇਪੀ ਤੇ ਵੀ ਇਲਜ਼ਾਮ ਲੱਗਣਗੇ ਵਿਰੋਧੀ ਧਿਰਾਂ ਵੱਲੋਂ ਕਿ ਤੁਸੀਂ ਦਿੱਲੀ 'ਚ ਲੈਂਡ ਆਰਡਰ ਨਹੀਂ ਮੇਨਟੇਨ ਕਰ ਸਕੇ, ਨਰਿੰਦਰ ਮੋਦੀ ਦੀ ਸਰਕਾਰ ਕਿਸਾਨ ਅੰਦੋਲਨ ਨਾਲ ਨਜਿੱਠ ਨਹੀਂ ਸਕੀ। ਦੇਖੋ ਇਹ 'ਚ ਕੋਈ ਦੋ ਰਾਏ ਨਹੀਂ ਹੈ, ਸਰਕਾਰ ਕਿਸਾਨ ਅੰਦੋਲਨ ਨਾਲ ਉਸ ਰੂਪ 'ਚ ਨਹੀਂ ਨਜਿੱਠ ਸਕੀ ਜਿਵੇਂ ਨਜਿੱਠਿਆ ਜਾਣਾ ਚਾਹੀਦਾ ਸੀ ਜੀ। 11ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਨਰਿੰਦਰ ਤੋਮਰ ਉਹਨਾਂ ਦਾ, ਮੰਤਰੀ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਜੋ ਮੈਕਸਿਮਮ ਕਰ ਸਕਦੇ ਸੀ ਕਰਤਾ, ਹੁਣ ਕਿਸਾਨ ਅੱਗੇ ਪ੍ਰਸਤਾਵ ਲੈ ਕੇ ਆਉਣ, ਉਹ ਵੀ ਨਹੀਂ ਕਿਹਾ ਜਾਣਾ ਚਾਹੀਦਾ ਸੀ। ਸਰਕਾਰ ਵੱਲੋਂ ਬਿਲਕੁਲ ਖੁੱਲ੍ਹਦਿਲੀ ਨਾਲ ਗੱਲ ਦਾ ਸੱਦਾ ਹੋਣਾ ਚਾਹੀਦਾ ਸੀ। ਬੜਾ ਚੰਗਾ ਹੁੰਦਾ ਨਰਿੰਦਰ ਤੋਮਰ ਉਸ ਦਿਨ ਫੇਰ ਕੋਈ ਡੇਟ ਅੱਗੇ ਰੱਖ ਕੇ ਜਾਂਦੇ ਜੀ। ਗੱਲਬਾਤ ਦਾ ਟੁੱਟਣਾ ਵੀ ਮਨੋਵਿਗਿਆਨਿਕ ਤੌਰ ਤੇ ਕਿਸਾਨਾਂ ਨੂੰ ਕਮਜ਼ੋਰ ਕਰ ਰਿਹਾ ਸੀ। ਬਿਲਕੁਲ ਬਹੁਤ ਸਾਰੇ ਫੈਕਟਰ ਨੇ। ਹੁਣ ਵਿਰੋਧੀ ਧਿਰਾਂ ਬੀਜੇਪੀ ਨੂੰ ਵੀ ਘੇਰਨਗੀਆਂ ਪਾਰਲੀਮੈਂਟ ਦੇ ਵਿੱਚ ਇਸ ਹਿੰਸਾ ਦੀ, ਕਿਸਾਨ ਅੰਦੋਲਨ ਦੀ, 3 ਖੇਤੀ ਕਾਨੂੰਨਾਂ ਤੇ ਜੰਮ ਕੇ ਰੌਲਾ ਰੱਪਾ ਪੈਣਾ। 1 ਫਰਵਰੀ ਤੋਂ ਜਿਹੜੀ ਇਹ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਔਰ ਕਿਸਾਨਾਂ ਨੇ ਮੰਗ ਕੀਤੀ ਸੀ ਮਾਰਚ ਕਰਨ ਦੀ, ਪਰ ਮੈਨੂੰ ਲੱਗਦਾ ਹੁਣ ਉਹ ਜਿਹੜੀ ਮਾਰਚ ਦੀ ਜਿਹੜੀ ਮੰਗ ਹੈ ਉਹ ਦਿੱਲੀ ਪੁਲਿਸ ਨੇ ਹਾਲ ਦੀ ਘੜੀ ਪ੍ਰਵਾਨ ਨਹੀਂ ਕਰਨੀ। ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਦੇਖੋ ਸੁਣਵਾਈ ਚੱਲ ਰਹੀ ਹੈ ਵੱਖ-ਵੱਖ ਮਾਮਲਿਆਂ ਤੇ, ਔਰ ਇਹ ਮਾਮਲੇ ਤੇ ਮੈਂ ਇਹ ਵੀ ਚਾਹੁੰਦਾ ਗਗਨ ਕਿ ਕੱਲ ਸੁਪਰੀਮ ਕੋਰਟ ਸਿਓ ਮੋਟੋ ਲਵੇ, ਭਾਵ ਸੁਪਰੀਮ ਕੋਰਟ ਆਪਣੇ ਆਪ ਹਿੰਦੀ 'ਚ ਸੰਗਿਆਨ ਕਹਿੰਦੇ ਆ, ਪੰਜਾਬੀ 'ਚ ਧਿਆਨ ਕਹਿੰਦੇ ਆ, ਸੁਪਰੀਮ ਕੋਰਟ ਪੂਰਾ ਮਾਮਲਾ ਆਪ ਵਿਚਾਰੇ ਆਪਣੇ ਧਿਆਨ 'ਚ ਲਵੇ, ਕਿਉਂਕਿ ਸੁਪਰੀਮ ਕੋਰਟ ਤੋਂ ਬਹੁਤ ਉਮੀਦਾਂ ਨੇ ਇਸ ਮਸਲੇ ਤੇ। ਹੁਣ ਗੱਲ ਇਹ ਹੈ ਕਿ ਸੁਪਰੀਮ ਕੋਰਟ ਅਗਰ ਖੁਦ ਪੂਰੇ ਮਾਮਲੇ ਦੀ ਜਾਂਚ ਦੇ ਆਰਡਰ ਕਰਦੀ ਹੈ ਤਾਂ ਨਿਰਪੱਖਤਾ ਦੇ ਨਾਲ ਜਾਂਚ ਹੋਊਗੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਵੀ ਜਿਹੜੇ ਲੋਕਾਂ ਨੇ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਹਿੰਸਾ ਦੀਆਂ, ਉਹਨਾਂ ਦੀ ਕੀ ਮਨਸ਼ਾ ਸੀ, ਕੀ ਦਿੱਲੀ ਪੁਲਿਸ ਦੀ ਭੂਮਿਕਾ ਪੂਰੀ ਤਰ੍ਹਾਂ ਨਾਲ ਠੀਕ ਰਹੀ ਜਾਂ ਦਿੱਲੀ ਪੁਲਿਸ ਦੀ ਭੂਮਿਕਾ ਤੇ ਵੀ ਕੋਈ ਜਾਂਚ ਕੀਤੀ ਜਾ ਸਕਦੀ ਹੈ, ਵੀ ਸੁਪਰੀਮ ਕੋਰਟ ਤੈਅ ਕਰ ਸਕਦੀ ਹੈ।
ਬਿਲਕੁਲ ਹੁਣ ਵੀ ਸੁਪਰੀਮ ਕੋਰਟ ਨੂੰ ਇੱਕ ਵੱਡੇ ਵੱਡੇ ਵਕੀਲਾਂ ਦੀ ਕਮੇਟੀ ਬਣਾ ਕੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਲਾਉਣੀ ਚਾਹੀਦੀ ਹੈ ਕਿ ਇਹ ਵਾਰਦਾਤਾਂ ਕਿਉਂ ਹੋਈਆਂ। ਬਿਲਕੁਲ। ਸੋ ਟਿੱਪਣੀਆਂ ਲਗਾਤਾਰ ਨੇ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਟਿੱਪਣੀਆਂ ਰਹੀਆਂ ਨੇ, ਇਸ ਪ੍ਰੋਗਰਾਮ ਦੇ ਵਿੱਚ ਟਿੱਪਣੀਆਂ ਵੱਖੋ ਵੱਖਰੀਆਂ ਨੇ, ਕਿਉਂਕਿ ਜੋ ਕੁਝ ਹੋਇਆ ਉਸ ਨੂੰ ਲੈ ਕੇ ਚਰਚਾਵਾਂ ਵੀ ਨੇ। ਤੇ ਹੁਣ ਅੱਗੇ ਕੀ ਕਰਨਾ ਕਿਸਾਨ ਜਥੇਬੰਦੀਆਂ ਦੇ ਹੱਥ ਦੇ ਵਿੱਚ ਫੈਸਲਾ ਹੈ। ਤੇ ਇਹ ਵੀ ਹੈ ਕਿ ਹੋ ਸਕਦਾ ਕਿ ਕਿਸਾਨ ਜਥੇਬੰਦੀਆਂ ਇਜਾਜ਼ਤ ਮੰਗਣ ਨਾ, ਕਿਉਂਕਿ ਕਿਸਾਨ ਜਥੇਬੰਦੀਆਂ ਖੁਦ ਵੀ ਇਸ ਮਾਰਚ ਨੂੰ ਰੱਦ ਕਰ ਸਕਦੀਆਂ ਨੇ ਫਿਲਹਾਲ ਦੇ ਲਈ, ਤੇ ਅਗਲੇ ਫੈਸਲੇ ਵੱਖਰੇ ਤਰੀਕੇ ਦੇ ਕਿਸਾਨ ਜਥੇਬੰਦੀਆਂ ਦੇ ਹੋ ਸਕਦੇ ਨੇ। ਹੋ ਸਕਦਾ ਕਿ ਉੱਥੇ ਹੀ ਬੈਠ ਕੇ ਕੁਝ ਅਜਿਹਾ ਕੀਤਾ ਜਾਵੇ ਜਿੱਥੋਂ ਕਿ ਦੁਬਾਰਾ ਉਸ ਇਮੇਜ ਨੂੰ ਕ੍ਰੀਏਟ ਕੀਤਾ ਜਾਵੇ ਜੋ ਇਮੇਜ ਹੁਣ ਤੱਕ ਬਣੀ ਹੋਈ ਸੀ ਕਿਸਾਨ ਅੰਦੋਲਨ ਦੀ, ਕਿ ਕਿਸਾਨ ਅੰਦੋਲਨ ਸ਼ਾਂਤਮਈ ਹੈ। ਲਗਾਤਾਰ ਪਿਛਲੇ 63 ਦਿਨਾਂ ਤੋਂ, ਅੱਜ 63ਵਾਂ ਦਿਨ ਸ਼ੁਰੂ ਹੋ ਗਿਆ ਹੈ, ਪਿਛਲੇ 63 ਦਿਨਾਂ ਤੋਂ ਕਿਸਾਨ ਇਸ ਤਰ੍ਹਾਂ ਬੈਠੇ ਨੇ ਕਿ ਕਿਸੇ ਪੱਤਾ ਤੋੜਨ ਤੱਕ ਦੀ ਖਬਰ ਵੀ ਕਿਸੇ ਮੀਡੀਆ ਦੇ ਵਿੱਚ ਨਹੀਂ ਚੱਲੀ। ਪਰ ਜੋ ਹੁਣ ਹੋਇਆ ਉਸ ਨੂੰ ਲੈ ਕੇ ਜ਼ਰੂਰ ਅਫਸੋਸ ਹੈ, ਤੇ ਉਮੀਦ ਕਰਾਂਗੇ ਕਿ ਅੱਗੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਵੱਖਰੇ ਕਿਸਮ ਦੇ ਫੈਸਲਿਆਂ ਦੇ ਵੱਲ ਵਧਣਗੇ। ਸੋ ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਇਹ ਖਾਸ ਗੱਲਾਂ ਸੀ ਜਿਨ੍ਹਾਂ ਦੇ ਉੱਤੇ ਟਿੱਪਣੀ ਡੱਲਾ ਸਾਹਿਬ ਤੋਂ ਲਈ ਹੈ, ਤੇ ਅੱਗੇ ਕਿਸਾਨ ਜਥੇਬੰਦੀਆਂ ਕੀ ਫੈਸਲੇ ਕਰਦੀਆਂ ਨੇ, ਅੱਗੇ ਕਿਸਾਨ ਜਥੇਬੰਦੀਆਂ ਕੀ ਰੁਖ ਅਪਣਾਉਂਦੀਆਂ ਨੇ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਜੋ ਘਟਨਾਵਾਂ ਵਾਪਰੀਆਂ ਨੇ ਉਸ ਨੂੰ ਲੈ ਕੇ ਸਰਕਾਰ ਦੇ ਕੀ ਅਗਲੇ ਐਕਸ਼ਨ ਹੋਣਗੇ ਉਹ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਪੜਤਾਲ ਦਾ ਤੇ ਗੱਲਬਾਤ ਦਾ ਵਿਸ਼ਾ ਰਹਿਣਗੇ। ਫਿਲਹਾਲ ਦੇ ਲਈ ਹੁਣ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ।